ਵਿਰੋਧੀਆਂ ਦੇ ਗੱਠਜੋੜ ਤੇ ਪੀਐਮ ਮੋਦੀ ਦਾ ਨਿਸ਼ਾਨਾ। ਕਿਹਾ ਬੈਂਗਲੁਰੂ 'ਚ ਸੱਤਾ ਦੀ ਮਜਬੂਰੀ ਲਈ ਗੱਠਜੋੜ ਹੋਇਆ। ਸਾਡਾ ਗੱਠਜੋੜ ਮਜਬੂਰੀ ਨਹੀਂ ਮਜ਼ਬੂਤੀ ਦਾ ਜ਼ਰੀਆ। ਐਨਡੀਏ ਬਣਾਉਣ ਵਾਲਿਆਂ ਨੂੰ ਵੀ ਕੀਤਾ ਯਾਦ। ਪ੍ਰਕਾਸ਼ ਸਿੰਘ ਬਾਦਲ ਦਾ ਵੀ ਕੀਤਾ ਜ਼ਿਕਰ। ਵਿਰੋਧੀ ਧਿਰਾਂ ਦੇ ਨਵੇਂ ਗੱਠਜੋੜ ਦਾ ਨਾਂ ਹੋਏਗਾ ਇੰਡੀਆ, ਯਾਨੀ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ। ਖੜਗੇ ਬੋਲੇ 26 ਪਾਰਟੀਆਂ ਦੀ ਸੁਖਾਵੇਂ ਮਾਹੌਲ 'ਚ ਹੋਈ ਮੀਟਿੰਗ। 11 ਮੈਂਬਰੀ ਤਾਲਮੇਲ ਕਮੇਟੀ ਬਣੀ। ਅਗਲੀ ਮੀਟਿੰਗ ਮੁੰਬਈ 'ਚ। ਇੰਡੀਆ ਦੇ ਚਿਹਰੇ ਦੇ ਸਵਾਲ ਤੇ ਬੋਲੇ ਮਲਿਕਾਰਜੁਨ ਖੜਗੇ। ਕਿ 11 ਮੈਂਬਰੀ ਕਮੇਟੀ ਹੀ ਕਰੇਗੀ ਫੈਸਲਾ। ਰਾਹੁਲ ਗਾਂਧੀ, ਕੇਜਰੀਵਾਲ ਤੇ ਮਮਤਾ ਬੈਨਰਜੀ ਬੋਲੇ ਐਨਡੀਏ ਤੇ ਇੰਡੀਆ ਦੀ ਹੋਏਗੀ ਟੱਕਰ। ਬੈਂਗਲੁਰੂ 'ਚ ਹੋਏ ਅਲਾਇੰਸ ਤੇ ਬੋਲੇ ਪ੍ਰਤਾਪ ਸਿੰਘ ਬਾਜਵਾ। ਕਿਹਾ ਪੰਜਾਬ 'ਚ ਸਾਡਾ ਆਪ ਨਾਲ ਕੋਈ ਗੱਠਜੋੜ ਨਹੀਂ, ਸਿਰਫ ਆਰਡੀਨੈਂਸ ਤੇ ਸਮਰਥਨ। ਸੀਟਾਂ ਦੀ ਨਹੀਂ ਹੋਏਗੀ ਵੰਡ, ਆਪ ਸਾਡੀ ਮੁੱਖ ਵਿਰੋਧੀ ਧਿਰ। ਬੈਂਗਲੁਰੂ ਮੀਟਿੰਗ ਦੇ ਬਹਾਨੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਕਾਂਗਰਸ ਅਤੇ ਆਪ ਤੇ ਤਿੱਖਾ ਨਿਸ਼ਾਨਾ। ਕਿਹਾ ਪੰਜਾਬ 'ਚ ਕਾਂਗਰਸ ਵਿਰੋਧੀ ਧਿਰ ਜਾਂ ਫਿਰ ਸਰਕਾਰੀ ਪਾਰਟੀ। ਪਹਿਲਾਂ ਅੰਦਰ ਖਾਤੇ ਸੀ ਸਮਝੌਤਾ, ਹੁਣ ਹੋਇਆ ਜਗ ਜ਼ਾਹਿਰ। ਬੈਂਗਲੁਰੂ 'ਚ ਆਪ ਕਾਂਗਰਸ ਦੇ ਇਕੱਠੇ ਹੋਣ ਤੇ ਮਜੀਠੀਆ ਨੇ ਸਪੀਕਰ ਨੂੰ ਲਿਖੀ ਚਿੱਠੀ। ਕਿਹਾ ਪੰਜਾਬ 'ਚ ਹੁਣ ਕੋਈ ਵਿਰੋਧੀ ਧਿਰ ਦਾ ਲੀਡਰ ਨਹੀਂ। ਬਾਜਵਾ ਤੋਂ ਲਿਆ ਜਾਵੇ ਐਲਓਪੀ ਦਾ ਅਹੁਦਾ। ਵਿਧਾਨ ਸਭਾ 'ਚ ਬਦਲੀ ਜਾਵੇ ਸੀਟਾਂ ਦੀ ਅਲਾਟਮੈਂਟ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਜੇਪਾਲ ਸਿੰਘ ਬਰਾੜ। ਫਰਕ ਤਾਂ ਪੈਂਦਾ ਹੈ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ। ਪ੍ਰਧਾਨ ਮੰਤਰੀ ਮੋਦੀ ਸਪੀਚ ਦੇ ਰਹੇ ਨੇ ਔਰ ਵਿਰੋਧੀਆਂ ਤੇ ਪ੍ਰਧਾਨ ਮੰਤਰੀ ਮੋਦੀ ਨੇ ਨਿਸ਼ਾਨਾ ਸਾਧਿਆ ਹੈ ਕਿ ਬੈਂਗਲੁਰੂ 'ਚ ਸੱਤਾ ਦੀ ਮਜਬੂਰੀ ਦਾ ਗੱਠਜੋੜ ਹੋਇਆ ਹੈ। ਉਹਨਾਂ ਕਿਹਾ ਕਿ ਮਜਬੂਰੀ ਦਾ ਗੱਠਜੋੜ ਹੈ, ਭ੍ਰਿਸ਼ਟਾਚਾਰ ਦੀ ਨੀਅਤ ਦਾ ਗੱਠਜੋੜ ਹੈ, ਪਰਿਵਾਰਵਾਦ ਤੇ ਜਾਤੀਵਾਦ ਦੀ ਨੀਤੀ ਦਾ ਗੱਠਜੋੜ ਹੈ ਔਰ ਅਜਿਹੇ ਗੱਠਜੋੜ ਦੇਸ਼ ਦਾ ਨੁਕਸਾਨ ਕਰਦੇ ਨੇ। ਯੂਪੀਏ ਦੀ ਸਰਕਾਰ 'ਚ ਉਹਨਾਂ ਕਿਹਾ ਕਿ ਕਈ ਪਾਵਰ ਸੈਂਟਰ ਸੀ। ਪਿਛਲੀ ਸਰਕਾਰ ਗੱਠਜੋੜ ਦੀਆਂ ਮਜਬੂਰੀਆਂ ਗਣਵਾਉਂਦੀਆਂ ਸਨ। ਪਹਿਲਾਂ ਸਹਿਯੋਗੀਆਂ ਤੇ ਦੋਸ਼ ਲਾ ਦਿੱਤਾ ਜਾਂਦਾ ਸੀ। ਸਾਡੇ ਲਈ ਉਹਨਾਂ ਕਿਹਾ ਕਿ ਗੱਠਜੋੜ ਮਜਬੂਰੀ ਨਹੀਂ ਮਜ਼ਬੂਤੀ ਦਾ ਜ਼ਰੀਆ ਹੈ। ਸੋ ਪੀਐਮ ਵੱਲੋਂ ਐਨਡੀਏ ਦੀ ਨੀਂਹ ਰੱਖਣ ਵਾਲਿਆਂ ਨੂੰ ਯਾਦ ਕੀਤਾ ਗਿਆ, ਐਨਡੀਏ ਬਣਾਉਣ ਵਾਲਿਆਂ ਨੂੰ ਯਾਦ ਕੀਤਾ ਗਿਆ ਔਰ ਇਸ ਵਿੱਚ ਜ਼ਿਕਰ ਉਹਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਵੀ ਕੀਤਾ। ਉਹਨਾਂ ਸਾਰੇ ਨੇਤਾਵਾਂ ਨੂੰ ਯਾਦ ਕੀਤਾ ਜਿਨ੍ਹਾਂ ਦਾ ਐਨਡੀਏ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਸੀ। आडवाणी जी ने भी बहुत अहम भूमिका निभाई थी और वो आज भी हमारा मार्गदर्शन कर रहे हैं। हमारे प्रकाश सिंह बादल जी हों, बाला साहब ठाकरे जी हों, जॉर्ज फर्नांडिस जी हों, रामविलास पासवान जी हों, अजीत सिंह जी हों, शरद यादव जी हो, सभी ने अपनी अपनी तरह से एनडीए को मजबूती देने का काम किया। आज प्रकाश सिंह बादल जी और बाला साहब ठाकरे जी के सच्चे अनुयायी भी हमारे बीच में हैं। हाल में ही एनडीए के गठन के 25 साल पूरे हुए हैं। ये 25 वर्ष ये विचार कभी हमारे बीच नहीं आया। इसी तरह आप उन दिनों को भी याद करिए जब भाषा, लैंग्वेज लोगों को बांटने के एक पुल के तौर पर इस्तेमाल होती थी। लेकिन एनडीए सरकार की सोच देखिए। एनडीए सरकार ने मातृभाषा को बल देना शुरू किया और आज भाषाओं के माध्यम से, मातृभाषा के माध्यम से मेरे युवा डॉक्टर और इंजीनियर बने, इसका अवसर देने का जरिया भाषा बन रही है। हमने हमारी विरासत को, धरोहरों को
ग्लोबल बनाने के लिए लगातार प्रयास किए। यहां पर कई हमारे साथियों ने इसका उल्लेख किया। आज योग वैश्विक एकता का एक माध्यम बन गया है। आज मिलेट्स एक ग्लोबल ट्रेंड बन रहा है। श्री अन्न की चर्चा हो रही है और इसका लाभ हमारे हर क्षेत्र के छोटे छोटे किसानों को मिल रहा है। हम देश के लोगों को जोड़ते हैं, वो देश के लोगों को तोड़ते हैं। साथियों, विपक्ष के लोग जिस गलती को बार बार दोहरा रहे हैं वो है देश के सामान्य मानवी की समझदारी को वे लोग अंडर एस्टिमेट करते हैं। लेकिन देश की जनता सब कुछ खुली आंखों से देख भी रही है और समझ भी रही है। जनता देख रही है कि ये पार्टियों क्यों इकट्ठा हो रही है। जनता ये भी जान रही है कि वो कौन सा ग्लू है, गोंद है जो इन लोगों को, इन पार्टियों को जोड़ रहा है। किस तरह छोटे छोटे स्वार्थ के लिए मूल्यों और सिद्धांतों से समझौता किया जा रहा है। लोग देख रहे हैं कि केरल में लेफ्ट और कांग्रेस एक दूसरे के खून के प्यासे हैं, लेकिन बेंगलुरु में दोनों पार्टियों के नेता हाथ में हाथ डालकर मुस्कुरा रहे हैं। लोग देख रहे हैं कि बंगाल में लेफ्ट और कांग्रेस के नेताओं पर, उनके कार्यकर्ताओं पर टीएमसी हमले कर रही है, लेकिन इनके नेता टीएमसी के खिलाफ कुछ भी बोलने से बच रहे हैं। इसलिए देश के लोग कह रहे हैं कि गलबहियां मिशन नहीं है, मजबूरियां है। इनकी सच्चाई आपको दूसरे राज्यों में भी दिखाई देगी। नेशनल कॉन्फ्रेंस के नेता और पीडीपी के नेता एक दूसरे को कैसी कैसी गालियां देते हैं। आरजेडी और जेडीयू के लोग कैसे कैसे शब्दों से एक दूसरे को नवाजते थे। देश की जनता ने ये सब करीब से देखा है और देख रही है। इसलिए इनकी नुरा कुश्ती हो या मजबूरी की दोस्ती, इसकी हकीकत 140 करोड़ देशवासियों के सामने आ चुकी है। साथियों, अपने राजनीतिक स्वार्थ के लिए ये लोग पास पास तो आ सकते हैं, लेकिन साथ नहीं आ सकते। इन्हें अपने कार्यकर्ताओं की भी परवाह नहीं है। ये अपने कार्यकर्ताओं से उम्मीद करते हैं कि जीवन भर जिसका विरोध किया उसका अचानक सत्कार करने लगे। अब ऐसे में इन दलों का कार्यकर्ता खुद भ्रमित है कि करे तो क्या करे। मैं तो आज ये भी कहूंगा कि जो लोग आज मोदी को कोसने के लिए इतना समय लगा रहे हैं, अच्छा होता वो देश के लिए सोचने में, गरीब के लिए सोचने में अपना समय लगाते। हम उनके लिए सिर्फ प्रार्थना ही कर सकते हैं। साथियों, 24 का चुनाव बहुत दूर नहीं है। देश के लोग मन बना चुके हैं कि तीसरी बार फिर एनडीए को ही अवसर देना है। देश का मन आप जानते हैं, लेकिन विदेश का मन भी बहुत कुछ संकेत दे रहा है। आमतौर पर जब भी किसी देश में चुनाव का समय निकट आता है तो उसका बहुत बड़ा असर उसके वैश्विक संबंधों पर भी होता है। हर एक को लगता है कि भाई अब तो चुनाव का वर्ष है, अभी सरकार के साथ
अभी रहने दो, एक बार चुनाव हो जाए, नई सरकार आएगी तब सोचेंगे। स्वाभाविक है, कोई भी दूसरा देश उस सरकार के साथ जो चुनाव बिल्कुल निकट हो वहां संबंध बनाने से पहले, संवाद करने से पहले 100 बार सोचता है। फॉरेन कंट्रीज हमेशा चुनाव के नतीजों का इंतजार करते हैं। लास्ट ईयर जब होता है तो सोचते हैं कि भाई एक बार चुनाव नतीजा आ जाना तो फिर देखेंगे। जो सरकार जाने वाली होती है उस पर कोई भी देश अपना टाइम और एनर्जी इन्वेस्ट नहीं करना चाहता, लेकिन इस समय भारत का मामला कुछ अलग है। सबको पता है कि हमारे यहां कुछ महीनों में चुनाव होने वाले हैं, फिर भी अनेकों महत्वपूर्ण देश, चाहे अमेरिका हो, फ्रांस हो, ऑस्ट्रेलिया हो, जापान हो, यूएई हो, यूके हो, सब एनडीए सरकार के प्रतिनिधियों को इनवाइट कर रहे हैं। तमाम देश भारत को मान और सम्मान दे रहे हैं। कितने ही देश भारत के साथ बड़े बड़े और वो भी दूरगामी समझौते कर रहे हैं। ऐसा इसलिए क्योंकि वो भी जानते हैं कि भारत के लोगों का भरोसा एनडीए पर है। यानी भारत में जनमत किसके साथ है ये दुनिया के देशों को भी पता है। साथियों, एनडीए का विस्तार सिर्फ संख्या या भौगोलिक विस्तार का नहीं है। ये भारत एनडीए का जो विस्तार है ये हमारे प्रति विश्वास का दायरा भी बढ़ा रहा है। जनता एनडीए की हिस्ट्री और केमिस्ट्री दोनों को देख रही है, तभी तो हमारा गणित भी बड़ी आसानी से जुड़ता है। आप देखिए 2014 में एनडीए को देश ने लगभग 38% वोट दिए थे 2014 में, लेकिन 2019 में हमारे देश सेवा भाव को देखते हुए देश ने हमें 45% वोट दिए। और आपको जानकर के खुशी होगी, इनमें 225 से अधिक सीटें ऐसी थी जो हम जीत करके आए, 225 से अधिक सीटें जहां 50% से अधिक वोट शेयर एनडीए को मिला है। एनडीए का हर सहयोगी जो मेहनत कर रहा है उससे तय है कि 24 में एनडीए का वोट शेयर 50% से भी ऊपर जाएगा। आपकी मेहनत रंग लाने वाली है, मैं विश्वास से कहता हूं। आपकी मेहनत बेकार नहीं जाएगी। देश की जनता को आपके सबके नेतृत्व पर भरोसा है। पूरे देश में हमारे अनेक साथी एक बड़ी ताकत बनकर उभरेंगे। हम हर भूभाग, हर वर्ग, हर समाज को विकसित भारत के मिशन से जोड़ेंगे। साथियों, हमें विकास के मुद्दे पर ही जनता के पास जाना है। हमारा एक ही लक्ष्य है, विकास, भारत का विकास। भारत के कोटि कोटि लोगों की आशा आकांक्षा ही हमारा एजेंडा है। हम पूरी शक्ति लगा देंगे, हम मेहनत करेंगे, ईमानदारी से काम करेंगे और यही हमारी गारंटी है। और लाल किले से मैंने कहा था, यही समय है, सही समय है। आज देश में एक माहौल बन चुका है। देश का आत्मसम्मान और आत्मविश्वास आज अभूतपूर्व ऊंचाई पर है। जैसे कोई इमारत बनाने से पहले
नींव का निर्माण होता है, वैसे ही पिछले 9 वर्षों में नए भारत की एक मजबूत नींव का निर्माण हो चुका है। इस मजबूत नींव पर हम सभी को नए भारत का, आत्मनिर्भर भारत का, विकसित भारत का निर्माण करके ही रहना है। और आपने मुझ पर इतना विश्वास रखा है, इतना प्रेम बरसाया है, इतना स्नेह किया है। मैं आपको विश्वास दिलाता हूं और आपके माध्यम से मैं देशवासियों को विश्वास दिलाता हूं कि मैं अपने परिश्रम में, अपने प्रयासों में कहीं कोई कमी नहीं रहने दूंगा। मुझसे गलती हो सकती है, लेकिन बदनीयत से मैं दूर रहूंगा, बदनीयत से कोई काम नहीं करूंगा। और साथियों, मेरा जीवन आप देखते हैं, देश देख रहा है, मेरे शरीर का हर कण, मेरे समय का हर क्षण देश को ही समर्पित है। आपका ये विश्वास, आपके ये आशीर्वाद, ये मेरी ऊर्जा है। और साथियों, आप सब कह रहे थे कि 2014 में देश की इकोनॉमी 10वें नंबर पर थी, आज 5वें नंबर पहुंची है। और मैं आपको विश्वास दिलाता हूं, एनडीए के तीसरे टर्म में इस देश की इकोनॉमी दुनिया में तीसरे नंबर पर होके रहेगी। हर सपने संकल्प है और हर संकल्प सिद्धि के लिए हम जी जान से जुटे हुए लोग हैं, समर्पित भाव से जुटे हुए लोग हैं। ਤਾਂ ਪ੍ਰਧਾਨ ਮੰਤਰੀ ਵੱਲੋਂ ਐਨਡੀਏ ਦੀ ਜਿਹੜੀ ਬੈਠਕ ਹੈ ਉਸ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਔਰ ਉਹਨਾਂ ਨੇ ਭਵਿੱਖ ਦੇ ਵੀ ਆਪਣੇ ਪਲਾਨ ਦੱਸੇ ਨੇ। ਦਾਅਵਾ ਕੀਤਾ ਹੈ ਕਿ ਤੀਸਰੀ ਵਾਰ ਐਨਡੀਏ ਸੱਤਾ ਦੇ ਵਿੱਚ ਆਏਗਾ ਔਰ ਜਿਹੜੇ ਵਿਰੋਧੀ ਇਕੱਠੇ ਹੋਏ ਨੇ ਉਹਨਾਂ ਤੇ ਨਿਸ਼ਾਨੇ ਸਾਧੇ ਨੇ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ, ਆਪਣੇ ਸੰਬੋਧਨ ਦੇ ਵਿੱਚ ਕਿ ਇਹ ਮਜਬੂਰੀਆਂ ਦੇ ਗੱਠਜੋੜ ਨੇ, ਵਿਰੋਧੀਆਂ ਦਾ ਕੋਈ ਮਿਸ਼ਨ ਨਹੀਂ, ਇਹ ਉਹਨਾਂ ਦੀਆਂ ਮਜਬੂਰੀਆਂ ਨੇ। ਔਰ ਉਹਨਾਂ ਇਹ ਵੀ ਕਿਹਾ ਕਿ ਜਨਤਾ ਜਾਣਦੀ ਹੈ ਕਿ ਇਹ ਕਿਹੜੀ ਗਲੂ ਨਾਲ, ਕਿਹੜੀ ਗੂੰਦ ਨਾਲ ਚਿਪਕੇ ਹੋਏ ਨੇ ਔਰ ਉਹਨਾਂ ਕਿਹਾ ਕਿ ਅਜਿਹੇ ਗੱਠਜੋੜ ਹਮੇਸ਼ਾ ਦੇਸ਼ ਦਾ ਨੁਕਸਾਨ ਕਰਦੇ ਨੇ। ਮੋਦੀ ਸਰਕਾਰ ਦਾ ਵਿਰੋਧ ਕਰਨ ਲਈ ਇਕਜੁੱਟ ਹੋਈਆਂ ਸਿਆਸੀ ਧਿਰਾਂ ਨੇ ਆਪਣੇ ਗੱਠਜੋੜ ਦੇ ਨਾਮ ਦਾ ਐਲਾਨ ਕੀਤਾ ਤੇ ਨਾਮ ਰੱਖਿਆ ਗਿਆ ਇੰਡੀਆ। ਤੇ ਬੈਂਗਲੁਰੂ 'ਚ ਵਿਰੋਧੀ ਧਿਰਾਂ ਦੀ ਮੀਟਿੰਗ ਸ਼ੁਰੂ ਹੋਈ ਤੇ ਜਦੋਂ ਸਾਰੀਆਂ ਧਿਰਾਂ ਦੇ ਆਗੂ ਇਕਜੁੱਟ ਹੋ ਕੇ ਸਾਹਮਣੇ ਆਏ ਤਾਂ ਨਵਾਂ ਨਾਂ ਸੀ इंडिया, यानी इंडियन नेशनल डेवलपमेंटल इंक्लूसिव अलायंस। नेशनल डेवलपमेंटल इंक्लूसिव अलायंस, that is INDIL, and this is Indian National Developmental Inclusive Alliance। ਹਾਲਾਂਕਿ ਕਾਂਗਰਸ ਲੀਡ ਭੂਮਿਕਾ 'ਚ ਨਜ਼ਰ ਆਈ, ਪਰ ਇੰਡੀਆ ਦਾ ਚਿਹਰਾ ਕੌਣ ਹੋਏਗਾ ਇਸ ਦੇ ਜਵਾਬ ਦੀ ਜ਼ਿੰਮੇਵਾਰੀ 11 ਮੈਂਬਰੀ ਕੋਰ ਕਮੇਟੀ ਤੇ ਛੱਡੀ ਗਈ ਹੈ, ਜਿਸ ਦੀ ਅਗਲੀ ਮੀਟਿੰਗ ਮੁੰਬਈ 'ਚ ਹੋਏਗੀ। कि हम एक कोऑर्डिनेशन कमेटी 11 लोगों की बना रहे हैं। उस 11 लोगों के मीटिंग में ये तय होगा कि कौन से वो 11 लोग होंगे, फिर उसमें कौन कन्वेनर उसको बनाएंगे आगे के लिए, वो मुंबई में तय होगा। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਗੱਠਜੋੜ ਨੂੰ ਭਾਰਤ ਬਨਾਮ ਮੋਦੀ ਦੀ ਲੜਾਈ ਦੱਸਿਆ, ਜਦਕਿ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਭਾਰਤ ਜਿੱਤੇਗਾ ਤੇ ਭਾਜਪਾ ਹਾਰੇਗੀ। ਉਧਰ ਅਰਵਿੰਦ ਕੇਜਰੀਵਾਲ ਨੇ ਇਲਜ਼ਾਮ ਲਾਏ ਕਿ ਭਾਜਪਾ ਨੇ ਦੇਸ਼ ਦੇ ਸਾਰੇ ਵਸੀਲੇ ਵੇਚ ਦਿੱਤੇ ਨੇ। ये सपना लेके हम सब लोग इकट्ठे हुए हैं जहाँ पे ऐसा भारत होगा जहाँ सब सुख शांति होगी, प्यार मोहब्बत होगी
और देश तरक्की करेगा, ना कि देश के संसाधन जो हैं कुछ लोगों के लिए, चंद लोगों के लिए लुटाए जाएंगे। ਨਵੇਂ ਗੱਠਜੋੜ ਲਈ ਬਕਾਇਦਾ ਦਿੱਲੀ 'ਚ ਦਫ਼ਤਰ ਬਣਾਇਆ ਜਾਏਗਾ ਜਿੱਥੋਂ ਸਾਰੀਆਂ ਸਰਗਰਮੀਆਂ ਚੱਲਣਗੀਆਂ। ਪਰ ਕੀ 2024 ਦੀ ਚੋਣ ਜੰਗ 'ਚ ਇੰਡੀਆ ਭਾਰਤੀਆਂ ਦੇ ਦਿਲਾਂ ਤੇ ਦਸਤਕ ਦੇ ਸਕੇਗਾ? ਇਹ ਸਵਾਲ ਕਾਇਮ ਹੈ। ਤੇ ਕਾਂਗਰਸ ਨੇ ਆਰਡੀਨੈਂਸ ਤੇ ਆਪ ਨੂੰ ਸਮਰਥਨ ਦਿੱਤਾ ਤੇ ਦੋਵੇਂ ਪਾਰਟੀਆਂ ਨੈਸ਼ਨਲ ਅਲਾਇੰਸ ਦਾ ਹਿੱਸਾ ਵੀ ਬਣ ਚੁੱਕੀਆਂ ਨੇ। ਪਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਇਸ ਗੱਠਜੋੜ ਨੂੰ ਨਕਾਰ ਰਹੇ। ਬਾਜਵਾ ਨੇ ਸਾਫ਼ ਕੀਤਾ ਕਿ ਉਹਨਾਂ ਵੱਲੋਂ ਆਪ ਨੂੰ ਕੋਈ ਸਮਰਥਨ ਨਹੀਂ ਹੈ ਤੇ ਉਹ ਸਿਰਫ ਆਰਡੀਨੈਂਸ ਦੇ ਮਸਲੇ ਤੇ ਇਕੱਠੇ ਨੇ। ਇਸ ਤੋਂ ਇਲਾਵਾ ਕਾਂਗਰਸ ਦਾ ਆਪ ਨਾਲ ਕੋਈ ਤਾਲਮੇਲ ਨਹੀਂ ਤੇ ਪੰਜਾਬ 'ਚ ਆਪ ਹੀ ਉਹਨਾਂ ਦੀ ਮੁੱਖ ਵਿਰੋਧੀ ਧਿਰ ਰਹੇਗੀ। ਨਾ ਕੋਈ ਇਹਨਾਂ ਨਾਲ ਅਦਰਵਾਈਜ਼ ਕੋਈ ਤਾਲਮੇਲ ਨਹੀਂ। ਮੈਂ ਇੱਥੇ ਕਲੀਅਰ ਕਰਨਾ ਸਿੱਟਾ ਨਹੀਂ ਬਣਦੇ ਜੀ, ਲੋਕ ਸਭਾ ਸਿੱਟਾ ਬਣਦੇ ਤਾਂ ਨਹੀਂ ਹੈ ਕਿ ਜਿਸ ਤਰ੍ਹਾਂ ਬਿਲਕੁਲ ਨਹੀਂ। ਅਸੀਂ ਆਪਣੀ ਹੋਂਦ ਰੱਖਾਂਗੇ, ਆਪ ਆਪਣੀ ਹੋਂਦ ਰੱਖੇਗੀ। ਸਾਡਾ ਵੀ ਹੈਵ ਨਥਿੰਗ ਟੂ ਡੂ। ਮੈਂ ਆਪਣੇ ਕਾਡਰ ਨੂੰ ਇਹ ਗੱਲ ਕਹਿਣਾ ਚਾਹੁੰਦਾ, ਸਾਡਾ ਮੁੱਖ ਵਿਰੋਧੀ ਕੱਲ ਵੀ ਆਪ ਸੀ, ਅੱਜ ਵੀ ਆਪ ਹੈ ਤੇ ਆਂਦੇ ਕੱਲ ਨੂੰ ਵੀ ਆਪ ਰਹੇਗੀ। ਇਸੇ ਵਿਚਾਲੇ ਬੀਜੇਪੀ ਦੇ ਨਿਸ਼ਾਨੇ ਤੇ ਕਾਂਗਰਸ ਤੇ ਆਪ ਰਹੀ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਕੀਤਾ ਕਿ ਪੰਜਾਬ 'ਚ ਕਾਂਗਰਸ ਵਿਰੋਧੀ ਧਿਰ ਹੈ ਜਾਂ ਸਰਕਾਰੀ ਪਾਰਟੀ। ਪੰਜਾਬ ਦੇ ਅੰਦਰ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਸਿਰਫ ਇੱਕ ਹਵਾਈ ਜਹਾਜ਼ ਕੇਜਰੀਵਾਲ ਸਾਹਿਬ ਨੂੰ ਮੁਹੱਈਆ ਕਰਾਉਣ ਵਾਸਤੇ ਉੱਥੇ ਬੈਠੇ ਹੈ। ਮੈਨੂੰ ਨਹੀਂ ਲੱਗਦਾ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਕੋਈ ਕੰਟਰੀਬਿਊਸ਼ਨ ਹੈ ਉਸ ਕੰਸਲਟੇਸ਼ਨ ਦੇ ਵਿੱਚ। ਜਾਖੜ ਦੇ ਵਾਰ ਤੇ ਆਪ ਨੇ ਪਲਟਵਾਰ ਕੀਤਾ ਹੈ। ਆਪ ਆਗੂ ਬਲਵਿੰਦਰ ਕੰਗ ਨੇ ਕਿਹਾ ਕਿ ਜਾਖੜ ਸਾਹਿਬ ਤੁਸੀਂ ਹੁਣ ਪੰਜਾਬ ਬੀਜੇਪੀ ਦੇ ਪ੍ਰਧਾਨ ਹੋ, ਹੁਣ ਦੱਸੋ ਇਹ ਮੁਲਕ ਭਾਰਤ ਹੈ ਜਾਂ ਹਿੰਦੂ ਰਾਸ਼ਟਰ? ਮੁਲਕ 'ਚ ਲੋਕਸ਼ਾਹੀ ਹੈ ਜਾਂ ਤਾਨਾਸ਼ਾਹੀ? ਤੇ ਅੱਜ ਦਾ ਸਵਾਲ ਦਾ ਜ਼ਿਕਰ ਕਰ ਲੈਂਦੇ ਹਾਂ। ਅੱਜ ਦਾ ਸਵਾਲ ਹੈ ਕਿ ਕੇਂਦਰ 'ਚ ਪਹਿਲੀ ਵਾਰ ਗੱਠਜੋੜ ਸਰਕਾਰ ਦੇ ਵਿੱਚ ਕਿੰਨੀਆਂ ਪਾਰਟੀਆਂ ਸੀ? ਪਹਿਲੀ ਵਾਰ ਕੇਂਦਰ ਦੇ ਵਿੱਚ ਜਦੋਂ ਗੱਠਜੋੜ ਹੋਇਆ ਸੀ ਤਾਂ ਸਰਕਾਰ 'ਚ ਕਿੰਨੀਆਂ ਪਾਰਟੀਆਂ ਸੀ? ਆਪਸ਼ਨ ਏ 9, ਆਪਸ਼ਨ ਬੀ 13, ਆਪਸ਼ਨ ਸੀ 17 ਤੇ ਆਪਸ਼ਨ ਡੀ 20। 4 ਆਪਸ਼ਨਸ ਦਿੱਤੀਆਂ ਨੇ। ਇਸ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਇਸ ਸ਼ੋਅ ਦੇ ਅਖੀਰ 'ਚ ਦੇਵਾਂਗੇ। ਤੇ ਅੱਜ ਕੌਮੀ ਐਸਸੀ ਕਮਿਸ਼ਨ ਦੇ ਰਾਸ਼ਟਰੀ ਜਿਹੜੇ ਚੇਅਰਮੈਨ ਨੇ ਵਿਜੇ ਸਾਂਪਲਾ, ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਾਂਪਲਾ ਨੇ ਅਸਤੀਫੇ ਦੇ ਕਾਰਨਾਂ ਨੂੰ ਨਿੱਜੀ ਦੱਸਿਆ ਤੇ ਕਿਹਾ ਕਿ ਮੇਰੇ ਕੁਝ ਐਸੇ ਕੰਮ ਸੀ ਜਿਨ੍ਹਾਂ ਨੂੰ ਚੇਅਰਮੈਨ ਦੇ ਅਹੁਦੇ ਤੇ ਰਹਿ ਕੇ ਪੂਰਾ ਨਹੀਂ ਕੀਤਾ ਜਾ ਸਕਦਾ ਸੀ, ਇਸ ਕਰਕੇ ਉਹਨਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ। और ना ही मुझे इसके बारे में कोई जानकारी है। मैं तो यही कह सकता हूँ कि इस्तीफा जो है मैंने अपने निजी कारणों के कारण दिया। ਚਰਚਾ ਹੈ ਕਿ ਸਾਂਪਲਾ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਨੇ, ਪਰ ਇਸ ਤੇ ਉਹ ਬੋਲੇ ਕੁਝ ਨਹੀਂ। ਹਾਂ, ਇੰਨਾ ਜ਼ਰੂਰ ਕਿਹਾ ਕਿ ਪਾਰਟੀ ਜੋ ਜ਼ਿੰਮੇਵਾਰੀ ਦੇਵੇਗੀ ਉਹਨਾਂ ਨੂੰ ਮਨਜ਼ੂਰ ਹੋਏਗੀ। 1 ਕਰੋੜ ਦੀ ਰਿਸ਼ਵਤ ਮਾਮਲੇ 'ਚ ਜੇਲ੍ਹ 'ਚ ਬੰਦ ਸਾਬਕਾ AIG ਆਸ਼ੀਸ਼ ਕਪੂਰ ਤੇ ਜ਼ੀਰਕਪੁਰ ਥਾਣੇ ਦੇ ਵਿੱਚ ਡਮੀ FIR ਦਰਜ ਕੀਤੀ ਗਈ। ਮਹਿਲਾ ਨੂੰ ਥਾਣੇ 'ਚ ਕੁੱਟਣ ਦੀ ਵੀਡੀਓ ਅਦਾਲਤ 'ਚ ਦਿਖਾਏ ਜਾਣ ਤੋਂ ਬਾਅਦ ਜ਼ੀਰਕਪੁਰ ਥਾਣੇ ਦੇ SHO ਨੂੰ FIR ਦਰਜ ਕਰਨ ਦੇ ਆਰਡਰ ਮਿਲੇ ਸੀ। FIR 'ਚ ਮੋਤੀਆ ਗਰੁੱਪ ਦੇ ਡਾਇਰੈਕਟਰ ਹੇਮਰਾਜ ਮਿੱਤਲ ਤੇ ਟਕੌਲੀ ਦੇ ਰਹਿਣ ਵਾਲੇ ਲਵਲੀਸ਼ ਗਰਗ ਦਾ ਨਾਮ ਵੀ ਸ਼ਾਮਿਲ ਹੈ। 1 ਕਰੋੜ ਦੀ ਰਿਸ਼ਵਤ ਮਾਮਲੇ 'ਚ ਸਸਪੈਂਡ ਚੱਲ ਰਹੇ AIG ਆਸ਼ੀਸ਼ ਕਪੂਰ ਦੀ ਲਗਾਤਾਰ ਮੁਸ਼ਕਿਲਾਂ ਵੱਧਦੀ ਜਾ ਰਹੀ। ਜੀ ਹਾਂ, ਇਸ ਵਾਰ ਜ਼ੀਰਕਪੁਰ ਪੁਲਿਸ ਸਟੇਸ਼ਨ 'ਚ ਇੱਕ ਹੋਰ ਮਾਮਲਾ ਦਰਜ ਹੋਇਆ ਹੈ। ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੋਇਆ, ਜਿਹਦੇ ਵਿੱਚ ਆਸ਼ੀਸ਼ ਕਪੂਰ ਦੇ ਨਾਲ ਇੱਕ ਨਾਮੀ ਬਿਲਡਰ ਹੇਮਰਾਜ ਮਿੱਤਲ ਤੇ ਟਕੌਲੀ ਦੇ ਲਵਲੀਸ਼ ਗਰਗ ਦੇ ਖਿਲਾਫ ਬਾਈ ਨੇਮ ਮਾਮਲਾ ਦਰਜ ਕੀਤਾ ਗਿਆ ਹੈ। 1 ਕਰੋੜ ਰਿਸ਼ਵਤ ਮਾਮਲੇ 'ਚ ਜੇਲ੍ਹ 'ਚ ਬੰਦ ਸਾਬਕਾ AIG ਆਸ਼ੀਸ਼ ਕਪੂਰ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚੋਂ ਜ਼ੀਰਕਪੁਰ ਥਾਣੇ 'ਚ ਇੱਕ ਮਹਿਲਾ ਨੂੰ ਥੱਪੜ ਮਾਰਦੇ ਦਿਸ ਰਹੇ ਸੀ। ਇਹ ਉਹੀ ਮਹਿਲਾ ਹੈ ਜਿਸ ਨੇ ਆਸ਼ੀਸ਼ ਕਪੂਰ ਤੇ ਰੇਪ ਦਾ ਕੇਸ ਦਰਜ ਕਰਾਇਆ ਸੀ। ਵੱਡੇ ਇਲਜ਼ਾਮ ਸੀਗੇ ਕਿ ਪੁਲਿਸ ਸਟੇਸ਼ਨ ਦੇ ਅੰਦਰ ਅਫਸਰਾਂ ਦੇ ਨਾਲ ਮਿਲ ਕੇ ਆਸ਼ੀਸ਼ ਕਪੂਰ ਨੇ ਬੜੀ ਬੁਰੀ ਤਰ੍ਹਾਂ ਉਹਦੇ ਨਾਲ ਕੁੱਟਮਾਰ ਕੀਤੀ ਸੀ, ਥੱਪੜ ਜੜੇ ਸੀ, ਜਿਹਦੀ ਵੀਡੀਓ ਵੀ ਸਾਹਮਣੇ ਆਈ ਸੀ। ਤੇ ਜੰਮੂ ਕਸ਼ਮੀਰ ਦੇ ਪੁੰਛ ਦੇ ਵਿੱਚ ਅੱਜ ਸੁਰੱਖਿਆ ਬਲਾਂ ਵੱਲੋਂ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਆਪਰੇਸ਼ਨ 'ਚ ਮਾਰੇ ਗਏ ਸਾਰੇ ਅੱਤਵਾਦੀ ਵਿਦੇਸ਼ੀ ਨੇ। ਰਾਤ ਕਰੀਬ 11:30 ਵਜੇ ਸ਼ੁਰੂ ਹੋਈ ਮੁੱਠਭੇੜ ਸਵੇਰ ਤੱਕ ਚੱਲੀ ਤੇ 9 ਘੰਟਿਆਂ ਦੇ ਦੌਰਾਨ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਕਾਰ ਭਾਰੀ ਗੋਲਾਬਾਰੀ ਹੋਈ। इस वक्त गोलियों की आवाज़ और आप देख सकते हैं गोलियों की आवाज़ चल रही है। मेरे कैमरामैन आपको दिखाएंगे ये पूरा एरिया जंगल का एरिया है जहां पे 3 से 4 आतंकवादी छुपे हुए हैं। कल से ये ऑपरेशन चल रहा है इस एरिया में। सुरनकोट के इस
सिंद्रा टॉप एरिया में, और ये आप देख सकते हैं अभी भी फायरिंग की आवाज़ आपको सुनाई दे रही है। हमें पीछे ही रखा गया है, ये पूरा जंगली इलाका जहाँ पे इस वक्त दोनों तरफ से ज़बरदस्त फायरिंग हो रही है। ਸੁਰੱਖਿਆ ਬਲਾਂ ਨੂੰ ਸੋਮਵਾਰ ਸ਼ਾਮ ਨੂੰ ਸਿੰਗਰਾ ਇਲਾਕੇ 'ਚ ਕੁਝ ਆਤੰਕੀਆਂ ਦੇ ਛਿਪੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਰਾਸ਼ਟਰੀ ਰਾਈਫਲਸ ਤੇ ਜੰਮੂ ਕਸ਼ਮੀਰ ਪੁਲਿਸ ਤੇ ਹੋਰ ਸੁਰੱਖਿਆ ਬਲਾਂ ਨੇ ਇੱਥੇ ਸਰਚ ਆਪਰੇਸ਼ਨ ਚਲਾਇਆ। ਉਸ ਤੋਂ ਬਾਅਦ ਪੂਰੀ ਰਾਤ ਆਤੰਕੀਆਂ ਨੂੰ ਘੇਰ ਕੇ ਨਿਗਰਾਨੀ ਕੀਤੀ ਗਈ। ਸਵੇਰੇ ਆਤੰਕੀਆਂ ਤੇ ਸੁਰੱਖਿਆ ਬਲਾਂ ਦੇ ਵਿੱਚ ਫਿਰ ਗੋਲੀਬਾਰੀ ਸ਼ੁਰੂ ਹੋਈ ਤੇ ਇਸ ਦੌਰਾਨ ਸੁਰੱਖਿਆ ਬਲਾਂ ਨੇ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਗੱਲ 18 ਜੁਲਾਈ ਦੇ ਇਤਿਹਾਸ ਦੀ। 18 ਜੁਲਾਈ ਦਾ ਇਤਿਹਾਸ ਕੀ ਕਹਿੰਦਾ ਹੈ? ਇਸ ਦਿਨ ਨੂੰ ਅੰਤਰਰਾਸ਼ਟਰੀ ਨੈਲਸਨ ਮੰਡੇਲਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਦੁਨੀਆ ਭਰ 'ਚ ਜਿਸ ਤਰੀਕੇ ਨਾਲ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸਨਮਾਨ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਸਾਊਥ ਅਫਰੀਕਾ ਦੇ ਪਹਿਲੇ ਰਾਸ਼ਟਰਪਤੀ ਨੈਲਸਨ ਮੰਡੇਲਾ ਨੂੰ ਵੀ ਸਨਮਾਨ ਦਿੱਤਾ ਹੈ। ਇਸ ਲਈ ਅੱਜ 18 ਜੁਲਾਈ ਨੂੰ ਹਰ ਸਾਲ ਉਹਨਾਂ ਦੀ ਜਯੰਤੀ ਨੂੰ ਅੰਤਰਰਾਸ਼ਟਰੀ ਨੈਲਸਨ ਮੰਡੇਲਾ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ।